श्री अकाल, तुसीं देख रहे हो जस्ट टीवी। मैं हाँ नीलम सैनी, हाजिर हाँ लैके ਉਹ ਸਾਰੇ ਮੁੱਦੇ ਉਹ ਸਾਰੀਆਂ ਗੱਲਾਂ ਜਿਨ੍ਹਾਂ ਬਾਰੇ ਮੈਨੂੰ ਲੱਗਦਾ ਹੈ ਗੱਲ ਕਰਨੀ ਬਣਦੀ ਹੈ। ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਅਰੁਣਦੀਪ ਸਵਾਗਤ ਹੈ। ਧੰਨਵਾਦ ਅਰੁਣਦੀਪ, ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਦੇਖ ਲੈਂਦੇ ਹਾਂ ਕਿ ਅੱਜ ਕਿਹਨਾਂ ਮੁੱਦਿਆਂ ਬਾਰੇ ਅਸੀਂ ਚਰਚਾ ਕਰਨ ਵਾਲੇ ਹਾਂ। ਬਿਹਾਰ ਵਿਧਾਨ ਸਭਾ ਦੇ ਵਿੱਚ ਜੋ ਕੱਲ ਦਾ ਨਜ਼ਾਰਾ ਸੀ ਉਹ ਸ਼ਾਇਦ ਸਭ ਨੇ ਵੇਖਿਆ ਹੋਣਾ। ਜਿਸਨੇ ਨਹੀਂ ਵੇਖਿਆ ਉਸ ਨੂੰ ਵੀ ਅਸੀਂ ਦੱਸ ਦਿੰਦੇ ਹਾਂ ਕਿ ਕੱਲ ਬਿਹਾਰ ਵਿਧਾਨ ਸਭਾ ਦੇ ਵਿੱਚ ਨਿਤਿਸ਼ ਸਰਕਾਰ ਵੱਲੋਂ ਬਿਹਾਰ ਪੁਲਿਸ ਬਲ 2021 ਨਾਮ ਦਾ ਇੱਕ ਬਿੱਲ ਪਾਸ ਕੀਤਾ ਗਿਆ, ਜਿਸ ਦਾ ਵਿਰੋਧੀ ਧਿਰ ਲਗਾਤਾਰ ਵਿਰੋਧ ਕਰ ਰਹੇ ਸੀ। ਹਾਲਾਤ ਇਸ ਕਦਰ ਬਣ ਰਹੇ ਕਿ ਵਿਧਾਨ ਸਭਾ ਦੇ ਅੰਦਰ ਹੀ ਹੱਥੋਂ-ਪਾਈ ਦੀ ਨੌਬਤ ਆ ਗਈ। ਵਿਧਾਇਕਾਂ ਨੂੰ ਵਿਧਾਨ ਸਭਾ ਤੋਂ ਬਾਹਰ ਕੱਢਣ ਲਈ ਪੁਲਿਸ ਤੱਕ ਵਿਧਾਨ ਸਭਾ ਦੇ ਅੰਦਰ ਬੁਲਾ ਲਈ ਗਈ। ਉਸ ਤੋਂ ਬਾਅਦ ਜੋ ਤਸਵੀਰਾਂ ਸਾਹਮਣੇ ਆਈਆਂ ਉਹ ਕਾਫੀ हैरान ਕਰਨ ਵਾਲੀਆਂ ਸੀਗੀਆਂ ਅਤੇ ਸੋਚਣ ਸੇ ਮਜਬੂਰ ਕਰ ਰਹੀਆਂ ਸੀਗੀਆਂ ਕਿ ਜੇਕਰ ਜਨਤਾ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਇਸ ਤਰੀਕੇ ਦਾ ਸਲੂਕ ਹੋ ਸਕਦਾ ਹੈ ਤਾਂ ਫਿਰ ਆਮ ਜਨਤਾ ਸਰਕਾਰ ਦੇ ਲਈ ਕਿੱਥੇ ਸਟੈਂਡ ਕਰਦੀ ਹੈ, ਇਸ ਦੇ ਬਾਰੇ ਗੱਲ ਕਰਾਂਗੇ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਅੱਜ ਥੋੜੀ ਜਿਹੀ ਕਟੌਤੀ ਹੋਈ ਹੈ। ਹਾਲਾਂਕਿ ਇਹ ਕਟੌਤੀ ਬਹੁਤ ਥੋੜੀ ਹੈ, ਸਿਰਫ ਨਾਮ ਦੀ ਹੈ। ਡੀਜ਼ਲ ਦੇ ਵਿੱਚ 17 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਹੋਈ ਹੈ ਤੇ ਪੈਟਰੋਲ ਦੇ ਵਿੱਚ 18 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਹੋਈ ਹੈ। ਜੇਕਰ ਪਿਛਲੇ 1 ਸਾਲ ਤੋਂ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 1 ਸਾਲ ਦੇ ਵਿੱਚ ਜੋ ਪੈਟਰੋਲ ਹੈ ਉਹ 21 ਰੁਪਏ ਤੱਕ ਮਹਿੰਗਾ ਹੋ ਚੁੱਕਿਆ ਹੈ ਤੇ ਡੀਜ਼ਲ ਦੀ ਕੀਮਤ ਦੇ ਵਿੱਚ 19 ਰੁਪਏ ਦਾ ਵਾਧਾ ਹੋ ਚੁੱਕਿਆ ਹੈ। ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾਰਮਨ ਨੇ ਅੱਜ ਇੱਕ ਗੱਲ ਕਹੀ ਹੈ। ਉਹ ਕਹਿ ਰਹੀ ਹੈ ਕਿ ਕੇਂਦਰ ਸਰਕਾਰ ਕਰੂਡ ਆਇਲ ਨੂੰ ਯਾਨੀ ਕਿ ਤੇਲ ਨੂੰ, ਪੈਟਰੋਲ ਡੀਜ਼ਲ ਨੂੰ GST ਦੇ ਦਾਇਰੇ ਵਿੱਚ ਲਿਆਉਣ ਲਈ ਜੋ ਚਰਚਾ ਹੈ ਉਸ ਦਾ ਸਵਾਗਤ ਕਰ ਰਹੀ ਹੈ। ਮਤਲਬ ਕਿ ਚਰਚਾ ਲਈ ਉਹ ਤਿਆਰ ਹੋ ਗਈ ਹੈ। GST ਪਰਿਸ਼ਦ ਦੀ ਜੋ ਅਗਲੀ ਮੀਟਿੰਗ ਹੈ ਉਸ ਦੇ ਵਿੱਚ ਇਸ ਬਾਰੇ ਚਰਚਾ ਹੋਵੇਗੀ, ਇਸ ਬਾਰੇ ਗੱਲ ਕਰਾਂਗੇ। ਉਸ ਤੋਂ ਇਲਾਵਾ ਪੰਜਾਬ ਦੀ ਸਿਆਸਤ ਦੀ ਗੱਲ ਕਰਾਂਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਜੋ ਐਡਵਾਈਜ਼ਰ ਰੱਖੇ ਨੇ, ਜੋ ਸਲਾਹਕਾਰ ਰੱਖੇ ਨੇ, ਪ੍ਰਸ਼ਾਂਤ ਕਿਸ਼ੋਰ, ਉਹਨਾਂ ਨੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ। ਇਸ ਮੀਟਿੰਗ ਨੂੰ ਕਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਸਿਆਸੀ ਗਲਿਆਰਿਆਂ ਦੇ ਵਿੱਚ, ਇਸ ਬਾਰੇ ਵੀ ਗੱਲ ਕਰਾਂਗੇ। ਅਰੁਣਦੀਪ ਜੀ, ਬਿਹਾਰ ਵਿਧਾਨ ਸਭਾ ਦਾ ਨਜ਼ਾਰਾ ਤੁਸੀਂ ਵੀ ਦੇਖਿਆ ਹੋਣਾ ਆਪਣੀ ਟੀਵੀ ਸਕਰੀਨ ਤੇ ਜਾਂ ਫਿਰ ਸੋਸ਼ਲ ਮੀਡੀਆ ਤੇ। ਕੀ ਕੁਛ ਲੱਗਦਾ ਹੈ, ਮਤਲਬ ਸੋਚਣ ਲਈ ਮਜਬੂਰ ਹੋ ਰਹੇ ਹਾਂ ਕਿ ਜੇਕਰ ਜਨਤਾ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਦੇ ਨਾਲ ਇਸ ਤਰੀਕੇ ਦਾ ਸਲੂਕ ਹੋ ਸਕਦਾ ਹੈ ਤਾਂ ਫਿਰ ਆਮ ਲੋਕ ਸਰਕਾਰ ਦੇ ਲਈ ਕਿੱਥੇ ਸਟੈਂਡ ਕਰਦੇ ਨੇ? ਨੀਲਮ, ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ, ਸਰਕਾਰਾਂ ਦੇ ਲਈ ਆਮ ਲੋਕਾਂ ਦੀ ਕੋਈ ਵੁਕਤ ਨਹੀਂ ਆ। ਕਿਉਂਕਿ ਜੇ ਵੁਕਤ ਹੁੰਦੀ ਹੈ ਤਾਂ ਲੋਕਾਂ ਦੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਹੁੰਦੇ ਆ। ਰੁਜ਼ਗਾਰ, ਸਿੱਖਿਆ, ਸਿਹਤ, ਇਹ ਸਾਰੇ ਮੁੱਖ ਮੁੱਦੇ ਨੇ ਜਿਨ੍ਹਾਂ ਦੇ ਲਈ ਪਿਛਲੇ 70 ਸਾਲ ਤੋਂ ਵੱਧ ਸਮਾਂ ਹੋ ਗਿਆ ਲੋਕ ਜੂਝ ਰਹੇ ਨੇ। ਅੱਜ ਵੀ 80 ਕਰੋੜ ਤੋਂ ਵੱਧ ਜਿਹੜੀ ਹੈ ਪਾਪੂਲੇਸ਼ਨ ਇੱਦਾਂ ਦੀ ਹੈ ਸਾਡੇ ਮੁਲਕ 'ਚ, ਜਿਹਦੇ ਕੋਲ ਦੂਜੇ ਡੰਗ ਦੀ ਰੋਟੀ ਦਾ ਕੋਈ ਹੀਲਾ ਵਸੀਲਾ ਨਹੀਂ ਆ। ਰਹੀ ਗੱਲ ਜਿਹੜੇ ਸੰਸਦ ਦੇ ਵਿੱਚ ਕਾਨੂੰਨ ਬਣਾਉਂਦੇ ਨੇ, ਵਿਧਾਨ ਸਭਾਵਾਂ ਦੇ ਵਿੱਚ ਕਾਨੂੰਨ ਬਣਾਉਂਦੇ ਨੇ, ਉੱਥੇ ਜਿਹੜਾ ਜੋ ਹੁੰਦਾ ਆ ਉਹਨੂੰ ਲੈ ਕੇ ਗੱਲ ਕਰਨੀ ਬਣਦੀ ਆ। ਬਿਲਕੁਲ, ਸੰਸਦ ਦੇ ਵਿੱਚ ਜੋ ਹੋਇਆ ਜਾਂ ਜੋ ਹੁੰਦਾ ਆ ਉਹਦੀ ਇੱਕ ਬਾਨਗੀ ਅਸੀਂ ਖੇਤੀ ਕਾਨੂੰਨਾਂ ਤੋਂ ਲੈ ਸਕਦੇ ਵੀ 3 ਖੇਤੀ ਕਾਨੂੰਨ ਕਿੱਦਾਂ ਸਰਕਾਰ ਨੇ ਵਿਰੋਧ ਦੇ ਬਾਵਜੂਦ ਪਾਸ ਕਰਾ ਲਏ, ਧੱਕੇ ਨਾਲ ਪਾਸ ਕਰਾ ਲਏ। ਗੱਲ ਬਿਹਾਰ ਦੀ ਹੋ ਰਹੀ ਆ। ਹੁਣ ਬਿਹਾਰ ਵਿਧਾਨ ਸਭਾ ਦੇ ਵਿੱਚ ਜਿਹੜਾ ਬਿੱਲ ਆ, ਪੁਲਿਸ ਸੁਧਾਰ ਨੂੰ ਲੈ ਕੇ ਇੱਕ ਬਿੱਲ ਆ 2021, ਸੰਸਦ ਦੇ ਵਿਧਾਨ ਸਭਾ ਦੇ ਵਿੱਚ ਉਹਨੂੰ ਲੈ ਕੇ ਚਰਚਾ ਹੋਣੀ ਸੀ। ਚਰਚਾ ਤਾਂ ਹੋਣੀ ਸੀ, ਬਿੱਲ ਪੇਸ਼ ਕੀਤਾ ਗਿਆ ਉੱਤੇ ਚਰਚਾ ਸ਼ੁਰੂ ਹੋਣੀ ਸੀ, ਜਿਹਨੂੰ ਲੈ ਕੇ ਵਿਰੋਧੀ ਧਿਰ ਨੇ ਉਹਦਾ ਵਿਰੋਧ ਕਰਨਾ ਸ਼ੁਰੂ ਕੀਤਾ। ਵਿਧਾਨ ਸਭਾ ਦੇ ਅੰਦਰ ਵੀ, ਵਿਧਾਨ ਸਭਾ ਦੇ ਬਾਹਰ ਵੀ ਵਿਰੋਧੀ ਧਿਰ ਵੱਲੋਂ ਤੇਜਸਵੀ ਯਾਦਵ ਦੀ ਅਗਵਾਈ ਦੇ ਵਿੱਚ ਜਿਹੜੇ ਰਾਸ਼ਟਰੀ ਜਨਤਾ ਦਲ ਦੇ ਆਗੂ ਨੇ ਲਾਲੂ ਪ੍ਰਸਾਦ ਯਾਦਵ ਤੋਂ ਬਾਅਦ, ਉਹਨਾਂ ਦੀ ਅਗਵਾਈ ਦੇ ਵਿੱਚ ਸੰਸਦ ਦੇ ਵਿਧਾਨ ਸਭਾ ਦੇ ਬਾਹਰ ਵੀ ਤੇ ਵਿਧਾਨ ਸਭਾ ਦੇ ਅੰਦਰ ਵੀ ਜ਼ਬਰਦਸਤ ਵਿਰੋਧ ਕੀਤਾ ਗਿਆ। ਇਸ ਵਿਰੋਧ ਦਾ ਜਿਹੜਾ ਮੁੱਖ ਕਾਰਨ ਇਹ ਆ, ਉਹਨਾਂ ਦਾ ਇੱਕ ਤਰਕ ਆ ਕਿ ਇਹ ਕਾਨੂੰਨ ਜਿਹੜਾ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਨਹੀਂ ਕਰੇਗਾ, ਲੋਕਾਂ ਦੀ ਨਿੱਜਤਾ ਨੂੰ ਸਟੇਕ ਤੇ ਲਾਊਗਾ, ਤਾਕ ਤੇ ਲਾਊਗਾ। ਪੁਲਿਸ ਨੂੰ ਵੱਧ ਅਧਿਕਾਰ ਮਿਲਦੇ ਆ। ਪੁਲਿਸ ਲੋਕਾਂ ਦਾ ਹਰ ਪੱਧਰ 'ਤੇ ਸ਼ੋਸ਼ਣ ਕਰ ਸਕਦੀ ਆ। ਪੁਲਿਸ ਬਿਨਾਂ ਵਾਰੰਟਾਂ ਤੋਂ ਤਲਾਸ਼ੀ ਲੈ ਸਕਦੀ ਆ। ਪੁਲਿਸ ਨੂੰ ਵੱਧ ਸ਼ਕਤੀਆਂ ਮਿਲ ਜਾਂਦੀਆਂ ਨੇ, ਜਿਹਦੇ ਨਾਲ ਪੁਲਿਸ ਜਿਹੜੀ ਆ ਆਮ ਲੋਕਾਂ ਦਾ ਪਹਿਲਾਂ ਹੀ ਜਿਹੜੀ ਕਿ ਸ਼ੋਸ਼ਣ ਕਰ ਰਹੀ ਆ ਉਹ ਹੋਰ ਸ਼ੋਸ਼ਣ ਕਰੂਗੀ। ਇਹਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਸੀਗਾ। ਇਹਨੂੰ ਲੈ ਕੇ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਵਿਰੋਧ ਹੋ ਰਿਹਾ ਸੀ, ਪਰ ਸਥਿਤੀ ਇੰਨੀ ਹੰਗਾਮੇ
ਹੰਗਾਮਿਆਂ ਭਰੀ ਹੋ ਗਈ ਕਿ ਜਿਹਨੇ ਭਾਰਤੀ ਜਮਹੂਰੀਅਤ ਨੂੰ ਸ਼ਰਮਸਾਰ ਕਰ ਦਿੱਤਾ। ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਬਿਹਾਰ ਵਿਧਾਨ ਸਭਾ ਦਾ। ਤਮਿਲਨਾਡੂ ਦੀ ਵਿਧਾਨ ਸਭਾ ਦੇ ਵਿੱਚ ਵੀ ਕਈ ਵਾਰ ਹੋ ਚੁੱਕਾ ਹੈ, ਜਾਂ ਹੋਰ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਵੀ ਹੋ ਚੁੱਕਾ। ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਵਿੱਚ ਤਾਂ ਚੱਪਲਾਂ ਚੱਲੀਆਂ, ਕੁਰਸੀਆਂ ਚੱਲੀਆਂ, ਸਪੀਕਰ ਚੱਲੇ, ਮਾਈਕ ਚੱਲੇ, ਕਈ ਕੁਛ ਚੱਲ ਚੁੱਕਾ ਹੈ। ਇੱਥੇ ਇਹ ਸਾਰਾ ਕੁਛ ਤਾਂ ਨਹੀਂ ਚੱਲਿਆ, ਪਰ ਹੰਗਾਮਾ ਇੰਨਾ ਜ਼ਿਆਦਾ ਹੋ ਗਿਆ ਕਿ ਜਿਹੜੇ ਵਿਰੋਧੀ ਵਿਧਾਇਕ ਨੇ ਉਹਨਾਂ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਦੀ ਘੇਰਾਬੰਦੀ ਕਰ ਲਈ। 4 ਵਾਰ ਵਿਧਾਨ ਸਭਾ ਨੂੰ ਮੁਲਤਵੀ ਕਰਨਾ ਪਿਆ। ਜਿਹੜਾ ਸੈਸ਼ਨ ਆ, ਅੱਜ ਕੱਲ੍ਹ ਦਾ ਸੈਸ਼ਨ ਸੀ, ਉਹ 4 ਵਾਰ ਮੁਲਤਵੀ ਕਰਨਾ ਪਿਆ। ਜਦੋਂ ਬੁਲਾਉਂਦੇ ਸੀ ਉਦੋਂ ਹੀ ਹੰਗਾਮਾ ਹੋ ਜਾਂਦਾ ਸੀ, ਜਦੋਂ ਰੀਕਾਲ ਕਰਦੇ ਸੀ ਉਦੋਂ ਹੀ ਹੰਗਾਮਾ ਹੋ ਜਾਂਦਾ ਸੀ। ਫਿਰ ਜਦੋਂ ਨਹੀਂ ਗੱਲ ਬਣੀ ਤਾਂ ਵਿਧਾਇਕਾਂ ਨੇ ਸਪੀਕਰ ਨੂੰ ਘੇਰ ਕੇ ਬੰਦੀ ਬਣਾ ਲਿਆ। ਇਹਦੇ ਤੇ ਉੱਥੇ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਬੁਲਾਉਣਾ ਪਿਆ, ਉੱਥੇ SSP ਨੂੰ ਬੁਲਾਉਣਾ ਪਿਆ, ਜਿਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲਿਆ, ਤੇ ਇਸ ਤੋਂ ਬਾਅਦ ਪੁਲਿਸ ਬੁਲਾਉਣੀ ਪਈ। ਤੇ ਜਿਹੜੇ ਵਿਰੋਧੀ ਵਿਧਾਇਕ ਨੇ ਉਹਨਾਂ ਨੂੰ ਮਾਰਸ਼ਲਾਂ ਨੇ ਤੇ ਪੁਲਿਸ ਨੇ ਚੁੱਕ ਕੇ ਬਾਹਰ ਸਿੱਟਿਆ, ਘੜੀਸ ਕੇ ਬਾਹਰ ਸਿੱਟਿਆ। ਇਹਦੀਆਂ ਜਿਹੜੀਆਂ ਵੀਡੀਓਜ਼ ਬਹੁਤ ਵਾਇਰਲ ਹੋ ਰਹੀਆਂ ਨੇ ਵੀ ਕਿੱਦਾਂ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ, ਗਲਤ ਨੇ ਠੀਕ ਨੇ, ਉਹ ਬਾਅਦ ਦੀ ਗੱਲ ਹੈ, ਪਰ ਜਿਹੜੇ ਉਹਨਾਂ ਦੇ ਨਾਲ ਬਦਸਲੂਕੀ ਆ ਜਾਂ ਉਹਨਾਂ ਨਾਲ ਭੈੜਾ ਵਿਵਹਾਰ ਆ ਪੁਲਿਸ ਵੱਲੋਂ, ਉਹ ਇੱਦਾਂ ਨਹੀਂ ਹੋਣਾ ਚਾਹੀਦਾ। ਸੋ ਇਹਦੇ ਵਿੱਚ ਔਰਤਾਂ ਨੂੰ ਘੜੀਸ ਬਾਹਰ ਸਿੱਟਿਆ ਗਿਆ, ਔਰਤ ਵਿਧਾਇਕਾਂ ਨੂੰ ਘੜੀਸ ਕੇ ਬਾਹਰ ਸਿੱਟਿਆ ਗਿਆ। ਹੋਇਆ ਇਹ ਵੀ ਇਹ ਸਭ ਕਾਸੇ ਦੇ ਵਿੱਚ 2 ਵਿਧਾਇਕ ਜਿਹੜੇ ਨੇ ਕਾਫੀ ਜ਼ਖਮੀ ਹੋਏ, ਇੱਕ CPM ਦੇ ਵਿਧਾਇਕ ਤੇ ਇੱਕ ਰਾਸ਼ਟਰੀ ਜਨਤਾ ਦਲ ਦੇ ਵਿਧਾਇਕ, ਉਹਨਾਂ ਨੂੰ ਸੱਟਾਂ ਲੱਗੀਆਂ। ਵਿਧਾਨ ਸਭਾ ਦੇ ਬਾਹਰ ਜਦੋਂ ਰਾਸ਼ਟਰੀ ਜਨਤਾ ਦਲ ਵੱਲੋਂ ਇਹਨੂੰ ਅਪੋਜ਼ ਕੀਤਾ ਜਾ ਰਿਹਾ ਸੀ, ਉਹਨਾਂ ਤੇ ਵਾਟਰ ਕੈਨਨ ਚਲਾਈ ਗਈਆਂ, ਪਾਣੀ ਦੀਆਂ ਵਾਛੜਾਂ ਸਿੱਟੀਆਂ ਗਈਆਂ, ਹੰਝੂ ਗੈਸ ਦੇ ਗੋਲੇ ਸਿੱਟੇ ਗਏ, ਪਰ ਇਹਦੇ ਬਾਵਜੂਦ ਵੀ ਵਿਰੋਧ ਲਗਾਤਾਰ ਜਾਰੀ ਰਿਹਾ। ਸੋ ਇਸ ਗੱਲ ਨੂੰ ਲੈ ਕੇ ਮੁਲਕ ਦੀ ਸਿਆਸਤ ਫੇਰ ਭਖੀ ਹੋਈ ਹੈ। ਵੱਖ-ਵੱਖ ਸੂਬਿਆਂ 'ਚ ਵੱਡੇ ਸਿਆਸਤਦਾਨਾਂ ਵੱਲੋਂ ਬਿਹਾਰ ਵਿਧਾਨ ਸਭਾ 'ਚ ਜੋ ਹੋਇਆ ਉਹਦੀ ਨਿਖੇਧੀ ਕੀਤੀ ਜਾ ਰਹੀ ਹੈ, ਉਹਦੀ ਨਿੰਦਾ ਕੀਤੀ ਜਾ ਰਹੀ। ਹੋਣਾ ਕੀ ਚਾਹੀਦਾ ਜਾਂ ਜੋ ਹੋਇਆ, ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਵੀ ਉੱਥੇ ਜੋ ਵੀ ਹੋਇਆ ਗਲਤ ਹੋਇਆ। ਜਮਹੂਰੀਅਤ ਦੇ ਵਿੱਚ ਇੱਦਾਂ ਨਹੀਂ ਹੋਣਾ ਚਾਹੀਦਾ, ਲੋਕਤੰਤਰੀ ਮੁਲਕ ਦੇ ਵਿੱਚ ਇੱਦਾਂ ਨਹੀਂ ਹੋਣਾ ਚਾਹੀਦਾ। ਅਸਲ ਦੇ ਵਿੱਚ ਸਾਡੇ ਜਿਹੜੇ ਲੋਕ ਸਭਾ, ਰਾਜ ਸਭਾ ਜਾਂ ਵਿਧਾਨ ਸਭਾਵਾਂ ਨੇ, ਉਹ ਇੱਕ ਸਾਰਥਕ ਬਹਿਸ ਦਾ ਅੱਡਾ ਨਹੀਂ ਰਹੇ। ਉੱਥੇ ਹੁਣ ਧੱਕਾ ਚੱਲਦਾ ਹੈ, ਉੱਥੇ ਧੌਂਸ ਚੱਲਦੀ ਆ, ਵਿਰੋਧੀ ਆਵਾਜ਼ਾਂ ਨੂੰ ਦਬਾਇਆ ਜਾਂਦਾ, ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ। ਜਦਕਿ ਇਹ ਅਦਾਰੇ ਇੱਦਾਂ ਦੇ ਨੇ ਵੀ ਜਿੱਥੇ ਕਾਨੂੰਨ ਬਣਨੇ ਹੁੰਦੇ ਆ। ਜਮਹੂਰੀਅਤ ਦਾ ਤਾਂ ਤਕਾਜ਼ਾ ਇਹ ਆ ਵੀ ਵਿਰੋਧੀ ਵਿਚਾਰਾਂ ਦੀ ਵੀ ਕਦਰ ਕੀਤੀ ਜਾਵੇ, ਉਹਨਾਂ ਨੂੰ ਵੀ ਸੁਣਿਆ ਜਾਵੇ। ਜੇ ਤੁਸੀਂ ਜਿੱਥੇ ਚਰਚਾ ਹੋਵੇ, ਵਿਧਾਨ ਸਭਾਵਾਂ, ਲੋਕ ਸਭਾ, ਰਾਜ ਸਭਾ ਇਸੇ ਕਰਕੇ ਨੇ ਕਿ ਉੱਥੇ ਇੱਕ ਚਰਚਾ ਹੋਵੇ। ਪਰ ਸਾਡੇ ਇੱਥੇ ਹੋ ਇਹ ਗਿਆ ਕਿ ਉੱਥੇ ਉਹ ਜੰਗ ਦਾ ਮੈਦਾਨ ਬਣ ਜਾਂਦੇ ਨੇ। ਚਾਹੇ ਸੱਤਾਧਾਰੀ ਧਿਰ ਦਾ ਤਾਂ ਦਾਬਾ ਰਹਿੰਦਾ, ਵਿਰੋਧੀ ਧਿਰ ਵੀ ਕਿਸੇ ਤੋਂ ਘੱਟ ਨਹੀਂ ਹੁੰਦੀ। ਉਹ ਆਪਣੀ ਗੱਲ ਰੱਖਣ ਦੀ ਥਾਂ ਇਹ ਵਿਰੋਧ ਦਾ ਜਿਹੜਾ ਤਰੀਕਾ ਆ ਉਹ ਸਿਰਫ ਇੰਨਾ ਕੁ ਹੋ ਗਿਆ ਕਿ ਉਹ ਵੈਲ ਦੇ ਵਿੱਚ ਆ ਜਾਂਦੇ ਨੇ, ਸਪੀਕਰ ਨੂੰ ਬੋਲਣ ਨਹੀਂ ਦਿੰਦੇ, ਸਦਨ ਨੂੰ ਬਾਰ-ਬਾਰ ਮੁਲਤਵੀ ਕਰਨਾ ਪੈਂਦਾ। ਇਹ ਵੀ ਕੋਈ ਸਲੀਕਾ ਨਹੀਂ, ਇਹ ਵੀ ਕੋਈ ਤਰੀਕਾ ਨਹੀਂ। ਮਰਿਆਦਾ ਰੱਖਣੀ ਦੋਨੋਂ ਦੀ ਜ਼ਿੰਮੇਵਾਰੀ ਹੈ, ਚਾਹੇ ਸੱਤਾ ਧਿਰ ਹੋਵੇ ਚਾਹੇ ਵਿਰੋਧੀ ਧਿਰ ਹੋਵੇ। ਬਿਲਕੁਲ। ਤੇ ਇਹਦੇ ਲਈ ਲੱਗਦਾ ਹੈ ਵੀ ਕੋਈ ਨਵਾਂ ਕਾਨੂੰਨ ਲਿਆਉਣਾ ਚਾਹੀਦਾ ਆ। ਜਿਹੜੇ ਕਾਨੂੰਨ ਨੇ ਅਰੁਣਦੀਪ, ਉਹਨਾਂ ਦਾ ਤਾਂ ਪਾਲਣ ਹੋ ਨਹੀਂ ਰਿਹਾ। ਤੁਹਾਨੂੰ ਲੱਗਦਾ ਹੈ ਨਵਾਂ ਕਾਨੂੰਨ ਕਾਰਗਰ ਸਾਬਿਤ ਹੋਊਗਾ? ਘੱਟੋ ਘੱਟ ਵਿਧਾਨ ਸਭਾਵਾਂ ਦੇ ਵਿੱਚ, ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ ਦੀ ਜਿਹੜੀ ਮਰਿਆਦਾ ਆ, ਕੱਲਾ ਮਰਿਆਦਾ ਦਾ ਸਵਾਲ ਨਹੀਂ ਹੈ। ਇਹਦੇ ਤੇ ਇਹਨਾਂ ਨੂੰ ਟਰਮੀਨੇਟ ਕਿੱਦਾਂ ਕੀਤਾ ਜਾਣਾ ਚਾਹੀਦਾ, ਇਹਨਾਂ ਨੂੰ ਸਸਪੈਂਡ ਕਿੱਦਾਂ ਕੀਤਾ ਜਾਣਾ ਚਾਹੀਦਾ, ਉਹਦੀ ਇੱਕ ਪ੍ਰੋਪਰ ਹੋਵੇ, ਵੀ ਪਤਾ ਹੋਵੇ ਵੀ ਅਸੀਂ ਇਹਨਾਂ ਨੂੰ ਸੰਸਦ ਮੈਂਬਰਾਂ ਨੂੰ, MLAs ਨੂੰ ਇਹ ਪਤਾ ਹੋਵੇ ਵੀ ਜੇ ਅਸੀਂ ਗਲਤ ਰਵੱਈਆ ਉੱਥੇ ਅਖਤਿਆਰ ਕੀਤਾ, ਜੇ ਅਸੀਂ ਗਲਤ ਵਿਵਹਾਰ ਉੱਥੇ ਕੀਤਾ ਤਾਂ ਸਾਨੂੰ ਸਦਨ ਤੋਂ ਬਾਹਰ ਕੱਢ ਦਿੱਤਾ ਜਾਊਗਾ, ਸਾਡੀ ਮੈਂਬਰੀ ਰੱਦ ਕਰ ਦਿੱਤੀ ਜਾਊਗੀ। ਹਾਲਾਂਕਿ ਪ੍ਰੋਵੀਜ਼ਨਸ ਹੈਗੇ ਨੇ, ਇਹ ਕਾਨੂੰਨ ਦੇ ਵਿੱਚ ਸਾਰਾ ਕੁਝ ਹੈਗਾ, ਪਰ ਉਹ ਕਦੀ ਐਗਜ਼ੀਕਿਊਟ ਨਹੀਂ ਕੀਤਾ ਗਿਆ। ਅਰੁਣਦੀਪ ਇੱਥੇ ਇੱਕ ਸਵਾਲ ਹੋਰ ਖੜਾ ਹੁੰਦਾ ਹੈ। ਇਸ ਜੋ ਕੱਲ ਦੀ ਘਟਨਾ ਹੋਈ ਹੈ, ਇਸਨੇ ਫਿਰ ਕਿਤੇ ਨਾ ਕਿਤੇ BJP ਦੇ ਸ਼ਾਸਨ ਦੇ ਤਰੀਕੇ ਤੇ ਇੱਕ ਸਵਾਲੀਆ ਨਿਸ਼ਾਨ ਖੜਾ ਕੀਤਾ। ਨਹੀਂ, ਇਹ ਗੱਲ ਤਾਂ ਠੀਕ ਹੈ ਤੁਹਾਡੀ, ਪਰ ਇਹ ਕੱਲ ਦਾ ਇੱਦਾਂ ਨਹੀਂ ਵੀ ਕੱਲ ਹੋਇਆ, ਇਸ ਤੋਂ ਪਹਿਲਾਂ ਵੀ ਹੁੰਦਾ ਰਿਹਾ। ਸਦਨ
ਦੀ ਕਾਰਵਾਈ ਚਲਾਉਣ ਦੀ ਕੋਈ ਮਰਿਆਦਾ ਹੀ ਨਹੀਂ ਰਹੀ। ਕੋਈ ਕਿਸੇ ਦੀ ਗੱਲ ਸੁਣਨ ਨੂੰ ਰਾਜੀ ਨਹੀਂ ਹੈਗਾ, ਨਾ ਵਿਰੋਧੀਆਂ ਕੋਲ ਗੱਲ ਕਹਿਣ ਦਾ ਤਰੀਕਾ ਆ, ਨਾ ਸੱਤਾਧਾਰੀ ਗੱਲ ਰੱਖਣ ਦਾ ਕੋਈ ਤਰੀਕਾ ਆ। ਪਹਿਲਾਂ ਕੋਈ ਸਮਾਂ ਹੁੰਦਾ ਸੀ ਜਦੋਂ ਕੋਈ ਵਿਰੋਧੀ ਵੀ ਬੋਲਦਾ ਸੀ ਤਾਂ ਉਹਦੀ ਗੱਲ ਸੁਣੀ ਜਾਂਦੀ ਸੀ। ਜੇ ਸੱਤਾਧਾਰੀ ਧਿਰ ਦੇ ਵਿੱਚੋਂ ਵੀ ਕੋਈ ਚੰਗਾ ਲੀਡਰ ਆਪਣੀ ਗੱਲ ਤਰਕ ਨਾਲ ਰੱਖਦਾ ਸੀ ਤੇ ਉਹਨੂੰ ਇੱਕ ਪਿਨ ਡ੍ਰੌਪ ਸਾਇਲੈਂਸ ਦੇ ਨਾਲ ਸੁਣਿਆ ਜਾਂਦਾ ਸੀ। ਵਾਜਪਾਈ ਵਰਗੇ ਬੰਦੇ, ਇੰਦਰਾ ਗਾਂਧੀ ਵਰਗੇ ਲੋਕ, ਜਵਾਹਰ ਲਾਲ ਨਹਿਰੂ ਵਰਗੇ ਲੋਕ, ਜਾਂ ਉਹਨਾਂ ਤੋਂ ਬਿਨਾਂ ਵੀ ਹੋਰ ਜਿਹੜੇ ਵੱਡੇ ਕੱਦ ਦੇ ਆਗੂ ਸੀਗੇ, ਉਹ ਜਦੋਂ ਸੰਸਦ ਦੇ ਵਿੱਚ ਬੋਲਦੇ ਸੀਗੇ, ਵਿਧਾਨ ਸਭਾਵਾਂ ਦੇ ਵਿੱਚ ਲੋਕ ਬੋਲਦੇ ਸੀਗੇ ਤਾਂ ਉਹਨਾਂ ਨੂੰ ਸੁਣਿਆ ਜਾਂਦਾ ਸੀ ਵੀ ਇਹ ਕੀ ਗੱਲ ਕਹਿ ਰਹੇ, ਦੇਸ਼ ਹਿੱਤ ਦੀ ਗੱਲ ਕਰਦੇ ਆ, ਲੋਕ ਭਲਾਈ ਦੀ ਗੱਲ ਕਰਦੇ ਆ, ਇਹਨਾਂ ਦੀ ਗੱਲ ਨੂੰ ਸੁਣਨਾ ਬਣਦਾ। ਹੁਣ ਤਾਂ ਇੱਥੇ ਪ੍ਰਧਾਨ ਮੰਤਰੀ, ਛੋਟੇ MLA ਦੀ ਤਾਂ ਗੱਲ ਛੱਡੋ, ਪ੍ਰਧਾਨ ਮੰਤਰੀ ਦੀ ਨਹੀਂ ਕੋਈ ਗੱਲ ਸੁਣਦਾ। ਉਹਨਾਂ ਨੂੰ ਲੱਗਦਾ ਵੀ ਇਹਨੇ ਵੀ ਝੂਠ ਹੀ ਮਾਰਨੇ, ਕਮਲ ਹੀ ਕੁੱਟਣੇ। ਇਸ ਕਰਕੇ ਉਹਨਾਂ ਨੂੰ ਲੱਗਦਾ ਵੀ ਗੱਲ ਨਾ ਕਹਿਣ ਦਾ ਕੋਈ ਫਾਇਦਾ, ਨਾ ਕੁਝ ਸੁਣਨ ਦਾ ਫਾਇਦਾ, ਨਾ ਉਹੀ ਗੱਲ ਰਹੀ ਵੀ ਕੋਈ ਇਹ ਰਵਾਇਤ ਹੀ ਖਤਮ ਹੋ ਗਈ ਆ ਸਾਡੇ ਜਮਹੂਰੀਅਤ ਦੇ ਵਿੱਚ, ਬਈ ਕੁਛ ਕਹੀਏ ਕੁਛ ਸੁਣਨ ਵਾਲਾ ਤਾਂ ਰਿਵਾਜ਼ ਹੀ ਖਤਮ ਹੋ ਗਿਆ। ਹੁਣ ਤਾਂ ਇਹ ਆ ਵੀ ਆਪਣੀ ਗੱਲ ਜ਼ਬਰਦਸਤੀ ਕਹੋ ਤੇ ਜਿਹੜਾ ਕੋਈ ਜ਼ਬਰਦਸਤੀ ਕਹਿੰਦਾ ਆ ਉਹਦੀ ਸੁਣੋ ਨਾ ਤੇ ਉਹਦੇ ਤੇ ਫਿਰ ਧੱਕਾ ਕਰੋ। ਬੇਸਿਕਲੀ ਗੱਲ ਸਿਰਫ ਇੰਨੀ ਹੈ ਕਿ ਜੋ ਹਾਊਸ ਆਫ ਪੀਪਲ, ਯਾਨੀ ਕਿ ਲੋਕਾਂ ਦੇ ਮੁੱਦੇ, ਜਿੱਥੇ ਲੋਕਾਂ ਦੇ ਮੁੱਦਿਆਂ ਤੇ ਬਹਿਸ ਹੋਣੀ ਚਾਹੀਦੀ ਹੈ, ਉੱਥੇ ਲੋਕਾਂ ਦੇ ਮੁੱਦਿਆਂ ਤੇ ਬਹਿਸ ਤਾਂ ਬਹੁਤ ਦੂਰ ਦੀ ਗੱਲ ਆ। ਇੰਨੀ ਨੌਬਤ ਆ ਜਾਂਦੀ ਹੈ ਕਿ ਆਪਸੀ ਸਿਆਸਤ ਦੇ ਵਿੱਚ ਹੀ ਸਿਆਸਤਦਾਨ ਉਲਝ ਕੇ ਰਹਿ ਜਾਂਦੇ ਨੇ। ਜੀ ਬਿਲਕੁਲ। ਅਰੁਣਦੀਪ, ਅੱਗੇ ਵਧਦੇ ਹਾਂ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਅੱਜ ਥੋੜ੍ਹੀ ਜਿਹੀ ਕਟੌਤੀ ਹੋਈ ਹੈ, ਸਿਰਫ ਨਾਮ ਦੀ 17 ਪੈਸੇ ਤੇ 18 ਪੈਸੇ ਦੀ ਕਟੌਤੀ ਹੋਈ ਹੈ। ਤੇ ਜੇਕਰ ਪਿਛਲੇ 1 ਸਾਲ ਤੋਂ ਲੈ ਕੇ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਪੈਟਰੋਲ ਦੀ ਕੀਮਤਾਂ, ਜੋ ਆંકੜੇ ਦੱਸ ਰਹੇ ਨੇ, ਹੁਣ ਤੱਕ 21 ਰੁਪਏ ਤੱਕ ਪੈਟਰੋਲ ਵੱਧ ਚੁੱਕਿਆ ਹੈ ਤੇ ਡੀਜ਼ਲ ਦੀ ਕੀਮਤਾਂ ਹੁਣ ਤੱਕ 19 ਰੁਪਏ ਵੱਧ ਚੁੱਕੀ ਹੈ। ਨਿਰਮਲਾ ਸੀਤਾਰਮਨ, ਜੋ ਕਿ ਫਾਈਨੈਂਸ ਮਿਨਿਸਟਰ ਨੇ, ਉਹਨਾਂ ਨੇ ਕਿਹਾ ਹੈ ਕਿ GST ਪਰਿਸ਼ਦ ਦੀ ਜੋ ਅਗਲੀ ਮੀਟਿੰਗ ਹੋਵੇਗੀ ਉਸ ਦੇ ਵਿੱਚ, ਕਿਉਂਕਿ ਕਾਫੀ ਸੂਬੇ ਕਹਿ ਰਹੇ ਸੀ ਕਿ ਕਰੂਡ ਆਇਲ ਨੂੰ ਵੀ GST ਦੇ ਦਾਇਰੇ 'ਚ ਲੈ ਕੇ ਲਿਆਉਣਾ ਚਾਹੀਦਾ ਹੈ। ਸੋ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਦੇ ਉੱਤੇ ਚਰਚਾ ਲਈ ਤਿਆਰ ਹੈ। ਕਿਵੇਂ ਦੇਖਦੇ ਹੋ ਇਸ ਨੂੰ? ਨੀਲਮ, ਜਿਹੜਾ ਆਇਲ ਪ੍ਰਾਈਸਿਸ ਹੈ ਇਹਨੂੰ ਲੈ ਕੇ ਬਹੁਤ ਗੱਲਾਂ ਹੁੰਦੀਆਂ ਨੇ, ਬਹੁਤ ਚਰਚਾਵਾਂ ਹੁੰਦੀਆਂ ਨੇ, ਪਰ ਕੇਂਦਰ ਸਰਕਾਰ ਦੀ ਸਿਹਤ 'ਤੇ ਕੋਈ ਅਸਰ ਨਹੀਂ ਹੈ। ਵਾਹਦ ਭਾਰਤ ਇੱਕ ਇੱਦਾਂ ਦਾ ਮੁਲਕ ਹੈ ਜਿੱਥੇ ਪੈਟਰੋਲ ਡੀਜ਼ਲ 'ਤੇ ਲੋਕਾਂ ਨੂੰ 60% ਤੋਂ ਜ਼ਿਆਦਾ ਜਿਹੜਾ ਉਹ ਟੈਕਸ ਦੇਣਾ ਪੈਂਦਾ ਹੈ। ਮਤਲਬ ਜਿਹੜਾ ਇੱਕ ਪੈਟਰੋਲ ਜਾਂ ਡੀਜ਼ਲ ਅਸੀਂ ਇਸਤੇਮਾਲ ਕਰਦੇ ਉਹ 30 ਰੁਪਏ ਦੇ ਲਗਭਗ ਉਹਦੀ ਕੀਮਤ ਪੈਂਦੀ ਆ, ਜਿਹਦੇ 'ਤੇ ਟੈਕਸ ਇੰਨੇ ਕੁ ਨੇ ਕਿ ਉਹ ਸਾਨੂੰ ਪੈਟਰੋਲ ਜਿਹੜਾ 90 ਰੁਪਏ ਤੋਂ ਉੱਪਰ ਪੈਂਦਾ ਤੇ ਜਿਹੜਾ ਡੀਜ਼ਲ ਹੈ 83 ਰੁਪਏ ਦੇ ਲਗਭਗ ਪੈਂਦਾ। ਇੱਥੇ ਤੁਹਾਡੀ ਗੱਲ ਤੁਸੀਂ ਪੂਰੀ ਕਰੋ, ਉਸ ਤੋਂ ਪਹਿਲਾਂ ਮੈਂ ਇੱਕ ਗੱਲ ਇੱਥੇ ਜੋੜਨਾ ਚਾਹੁੰਦੀ ਹਾਂ, ਜੋ ਮੈਂ ਅੱਜ ਸਟੇਟਸ ਪੜ੍ਹਿਆ। ਸਰਕਾਰ ਨੇ ਖੁਦ ਇਹ ਗੱਲ ਮਨਜ਼ੂਰ ਕੀਤੀ ਹੈ ਕਿ 1 ਲੀਟਰ ਪੈਟਰੋਲ ਉੱਪਰ ਉਸਨੂੰ 33 ਰੁਪਏ ਦਾ ਪ੍ਰੋਫਿਟ ਹੁੰਦਾ ਹੈ ਤੇ 1 ਲੀਟਰ ਡੀਜ਼ਲ ਉੱਪਰ ਉਸਨੂੰ 32 ਰੁਪਏ ਦਾ ਪ੍ਰੋਫਿਟ ਹੁੰਦਾ ਹੈ। ਹਾਂ ਬਿਲਕੁਲ, ਇਹ ਤਾਂ ਸਿਰਫ ਉਹ ਪੈਸਾ ਹੈ ਜਿਹੜਾ GST ਦੇ ਥਰੂ ਆਉਂਦਾ ਹੈ, ਪਰ ਜੇ ਇਹਦਾ ਕੁੱਲ ਜਿਹੜਾ ਰਾਜਾਂ ਦਾ ਵੈਟ ਆ ਉਹਦਾ ਜੇ ਮੁਲਾਂਕਣ ਕਰ ਲਿਆ ਜਾਵੇ ਤੇ ਗੱਲ ਉੱਥੇ ਜਾ ਪੈਂਦੀ ਹੈ। ਮਤਲਬ 60% ਤੋਂ ਉੱਪਰ ਜਿਹੜਾ ਸੂਬਿਆਂ ਨੂੰ ਤੇ ਕੇਂਦਰ ਸਰਕਾਰ ਨੂੰ ਇਹਦੇ 'ਚ ਮੁਨਾਫਾ ਹੁੰਦਾ ਆ ਤੇ ਆਮ ਬੰਦਾ ਜਿਹੜਾ ਆ ਉਹਨੂੰ ਇਹਦਾ ਨੁਕਸਾਨ ਝੱਲਣਾ ਪੈਂਦਾ। ਨੁਕਤਾ ਇਹਦੇ ਵਿੱਚ ਇਹ ਆ ਵੀ ਅੱਜ ਜਿਹੜੇ 17 ਪੈਸੇ ਪੈਟਰੋਲ ਡੀਜ਼ਲ ਦੀ ਕੀਮਤ ਘਟੀ ਆ, ਕੌਮਾਂਤਰੀ ਮਾਰਕੀਟ ਦੇ ਵਿੱਚ ਕਰੂਡ ਆਇਲ ਦੀਆਂ ਜਿਹੜੀਆਂ ਪ੍ਰਾਈਸਿਸ ਨੇ ਉਹ 3.29 ਡਾਲਰ ਪ੍ਰਤੀ ਬੈਰਲ ਦੇ ਨਾਲ ਘਟੀਆਂ ਨੇ, ਜਿਹਦੇ ਕਰਕੇ ਸਾਡੇ ਸਿਰਫ 17 ਪੈਸੇ ਜਿਹੜਾ ਹੈ ਇਹ ਘਟਾਈਆਂ ਗਈਆਂ ਨੇ। ਨੁਕਤਾ ਹੁਣ ਇਸ ਨੂੰ ਸਮਝਣ ਦੀ ਲੋੜ ਆ ਵੀ ਇਹ ਤਾਂ ਹੁਣ 64 ਰੁਪਏ ਦੇ ਲਗਭਗ ਕਰੂਡ ਆਇਲ ਦੀ ਪ੍ਰਾਈਸ ਹੋ ਗਈ ਆ, 64 ਡਾਲਰ ਪ੍ਰਤੀ ਬੈਰਲ ਦੇ ਹਿਸਾਬ ਨਾਲ ਪ੍ਰਾਈਸ ਹੋ ਗਈ ਹੈ। ਕਾਂਗਰਸ ਸਰਕਾਰ ਦੇ ਵੇਲੇ ਆਇਲ ਪ੍ਰਾਈਸਿਸ ਦੀ ਜਿਹੜੀਆਂ ਪ੍ਰਾਈਸਿਸ ਨੇ, ਕਰੂਡ ਆਇਲ ਦੀ ਜਿਹੜੀ ਉਦੋਂ ਪ੍ਰਾਈਸ ਸੀਗੀ 144 ਡਾਲਰ ਪ੍ਰਤੀ ਬੈਰਲ ਤੱਕ ਚਲੀ ਗਈ ਸੀ, ਤਾਂ ਫਿਰ ਵੀ 50 ਤੋਂ 70 ਰੁਪਏ ਦੇ ਦਰਮਿਆਨ ਜਿਹੜਾ ਪੈਟਰੋਲ ਡੀਜ਼ਲ ਦਾ ਭਾਅ ਰਿਹਾ ਸੀਗਾ, ਤਾਂ ਵੀ ਉਦੋਂ ਵੀ ਇੰਨਾ ਨਹੀਂ ਸੀ ਵਧੀਆ। ਪਰ ਮੌਜੂਦਾ ਭਾਜਪਾ ਸਰਕਾਰ ਜਿਹੜੀ ਸੱਤਾ ਦੇ ਵਿੱਚ ਇਹ ਨਾਰਾ ਲਾ ਕੇ ਆਈ ਆ ਕਿ ਜਿਹੜੀ ਇਸ ਗੱਲ ਨੂੰ ਲੈ ਕੇ ਪ੍ਰਦਰਸ਼ਨ ਕਰਦੀ ਹੁੰਦੀ ਸੀਗੀ, ਧਰਨੇ ਮੁਜ਼ਾਹਰੇ ਕਰਦੀ ਹੁੰਦੀ ਸੀ ਕਿ ਕਾਂਗਰਸ ਸਰਕਾਰ ਜਿਹੜੀ ਆ ਉਹ ਲੋਕਾਂ ਨੂੰ ਲੁੱਟ ਰਹੀ ਆ, UPA ਸਰਕਾਰ ਲੋਕਾਂ ਨੂੰ ਲੁੱਟ ਰਹੀ ਆ ਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਉਹ ਘਟਣੀਆਂ ਚਾਹੀਦੀਆਂ ਨੇ। ਇਹ ਉਹਨਾਂ ਵੱਲੋਂ ਜਿਹੜਾ ਰੋਸ ਪ੍ਰਗਟ ਕੀਤਾ ਜਾਂਦਾ ਸੀ, ਜਿਹਨੂੰ ਲੈ ਕੇ ਉਹਨਾਂ ਨੇ ਪ੍ਰੋਪਰ ਇੱਕ ਕੰਪੇਨ ਕੀਤੀ। ਰਾਮਦੇਵ ਵਰਗੇ ਉਹਨਾਂ ਦੇ ਜਿਹੜੇ ਕਾਰੋਬਾਰੀ ਬਾਬੇ ਨੇ, ਉਹਨਾਂ ਵੱਲੋਂ ਦਾਅਵਾ ਕੀਤਾ ਜਾਂਦਾ ਸੀ ਕਿ ਜਦੋਂ ਮੋਦੀ ਸਰਕਾਰ ਸੱਤਾ ਦੇ ਵਿੱਚ ਆਊਗੀ ਤੇ ਪੈਟਰੋਲ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਨੇ ਬਿਲਕੁਲ ਘਟ ਜਾਣਗੀਆਂ, ਲੋਕਾਂ ਨੂੰ 30 ਰੁਪਏ ਦੇ
ਵਿੱਚ ਪੈਟਰੋਲ ਵੀ ਮਿਲੂਗਾ, ਡੀਜ਼ਲ ਵੀ ਮਿਲੂਗਾ। ਸਮ੍ਰਿਤੀ ਇਰਾਨੀ ਕਿਵੇਂ ਸੜਕਾਂ ਤੇ ਪ੍ਰਦਰਸ਼ਨ ਕਰਦੀ ਸੀ, ਅਰੁਣ ਸਭ ਨੇ ਜੇਤਲੀ, ਦੇਖਿਆ। ਸੁਸ਼ਮਾ ਸਵਰਾਜ ਸਾਰੇ ਸੜਕਾਂ ਤੇ ਆਉਂਦੇ ਸੀ। ਪਰ ਤਸਵੀਰ ਦਾ ਦੂਜਾ ਪਹਿਲੂ ਇਹ ਹੈ ਵੀ ਕੇਂਦਰ ਸਰਕਾਰ, ਮੌਜੂਦਾ ਭਾਜਪਾ ਕੇਂਦਰ ਸਰਕਾਰ ਜਿਹੜੀ ਆ, ਇਹਦੇ ਵਿੱਚ ਪੈਟਰੋਲ ਡੀਜ਼ਲ ਨੇ ਸਾਰੀਆਂ ਹੱਦਾਂ ਬੰਨੇ ਤੋੜ ਦਿੱਤੀਆਂ। ਸਰਕਾਰ ਕੋਲ ਆਮਦਨ ਦਾ ਮੁੱਖ ਵਸੀਲਾ ਹੀ ਪੈਟਰੋਲ ਡੀਜ਼ਲ ਹੋ ਗਿਆ। ਬਾਕੀ ਕਿਉਂਕਿ ਆਮਦਨ ਆਉਣੀ ਕਿੱਥੋਂ, ਸਰਕਾਰੀ ਅਦਾਰੇ ਤਾਂ ਇਹ ਵੇਚ ਵੱਟ ਕੇ ਵਿਹਲੇ ਹੋਈ ਜਾ ਰਹੇ ਨੇ। ਪੈਟਰੋਲ ਡੀਜ਼ਲ ਤੋਂ ਸਰਕਾਰ ਨੂੰ 19-20 ਵਿੱਤੀ ਵਰੇ 19-20 ਦੇ ਵਿੱਚ 1.5 ਲੱਖ ਕਰੋੜ ਰੁਪਏ ਦੇ ਲਗਭਗ ਜਿਹੜੀ ਆ ਉਹ ਆਮਦਨ ਹੋਈ ਆ। 2021 ਦੇ ਵਿੱਚ ਇਹਨਾਂ ਨੂੰ ਅੰਦਾਜ਼ਾ ਆਇਆ ਕਿ ਇਹ ਜਿਹੜੀ ਆਮਦਨ ਹੈ ਉਹ 3 ਲੱਖ ਕਰੋੜ ਰੁਪਏ ਦੇ ਲਗਭਗ ਹੋਊਗੀ। 21-22 ਦੇ ਵਿੱਚ ਇਹ ਜਿਹੜੀ ਆਮਦਨ ਹੈ 4.5 ਲੱਖ ਕਰੋੜ ਰੁਪਏ ਆਮਦਨ ਹੋਗੀ, ਜਦਕਿ ਇਹਨਾਂ ਦਾ ਟਾਰਗੇਟ ਜਿਹੜਾ ਆ ਉਹ 3 ਲੱਖ ਕਰੋੜ ਰੁਪਏ ਦਾ ਹੈਗਾ। ਵੀ ਬਜਟ ਦੇ ਵਿੱਚ ਜਿਹੜੀ ਇਹਨਾਂ ਨੇ ਪ੍ਰੋਵੀਜ਼ਨ ਕੀਤੀ ਵੀ 3 ਲੱਖ ਕਰੋੜ ਰੁਪਈਆ ਅਸੀਂ ਪੈਟਰੋਲ ਡੀਜ਼ਲ ਤੋਂ ਜਿਹੜਾ GST ਦੀ ਕਲੈਕਸ਼ਨ ਹੋਣੀ ਆ ਉਹਦੇ ਤੋਂ ਅਸੀਂ ਕਮਾਵਾਂਗੇ। ਟਾਰਗੇਟ ਤਾਂ ਪੂਰਾ ਕਰ ਚੁੱਕੇ ਆ। ਜੇ ਇਹ ਟਾਰਗੇਟ ਪੂਰਾ ਕਰ ਚੁੱਕਿਆ, ਸਵਾਲ ਇਹ ਹੈ ਵੀ ਜੇ ਇਹ 5-10 ਰੁਪਏ ਘਟਾ ਵੀ ਦਿੰਦੇ ਆ, ਫਿਰ ਵੀ ਇਹਨਾਂ ਨੇ ਜਿਹੜਾ ਬਜਟ ਦੇ ਵਿੱਚ ਪ੍ਰੋਵੀਜ਼ਨ ਕੀਤੀ ਹੈ 3 ਲੱਖ ਕਰੋੜ ਰੁਪਏ ਦੇ ਹਿਸਾਬ ਨਾਲ, ਉਹ ਵੀ ਇਹਨਾਂ ਦਾ ਪੂਰਾ ਹੋ ਜਾਂਦਾ। ਪਰ ਲਾਲਚ ਪੈ ਗਿਆ ਹੈ ਨਾ ਵੀ ਅਸੀਂ 4.5 ਲੱਖ ਕਰੋੜ ਰੁਪਏ ਸਾਨੂੰ ਸਿਰਫ ਇਹਦੇ ਤੋਂ ਕਮਾਈ ਹੋ ਜਾਣੀ। ਪਰ ਇਹਦਾ ਦੂਜਾ ਪਹਿਲੂ ਨਹੀਂ ਦੇਖਦੇ ਵੀ ਦੂਜੇ ਪਾਸੇ ਇਹਦੇ ਨਾਲ ਮਹਿੰਗਾਈ ਕਿੰਨੀ ਵੱਧ ਰਹੀ ਆ, ਟਰਾਂਸਪੋਰਟੇਸ਼ਨ ਕਿੰਨੀ ਮਹਿੰਗੀ ਹੋ ਰਹੀ ਹੈ, ਰਸੋਈ ਗੈਸ ਕਿੰਨੀ ਮਹਿੰਗੀ ਹੋ ਗਈ ਹੈ। ਇੱਕ ਪਾਸੇ ਤਾਂ ਤੁਸੀਂ ਪ੍ਰਧਾਨ ਮੰਤਰੀ ਉਜਵਲਾ ਯੋਜਨਾਵਾਂ ਲਾਂਚ ਕਰ ਰਹੇ ਆ, ਦੂਜੇ ਪਾਸੇ ਲੋਕਾਂ ਕੋਲ ਉਹ ਸਿਲੰਡਰ ਭਰਾਉਣ ਲਈ ਨਹੀਂ ਪੈਸੇ ਹੈਗੇ। ਜਿਹੜਾ 400 ਰੁਪਏ ਦਾ ਸਿਲੰਡਰ ਸੀ ਉਹ 800 ਰੁਪਏ ਟੱਪ ਗਿਆ ਆ, ਤੇ ਫਿਰ ਲੋਕ ਉਹ ਤੁਹਾਡੀ ਉਹ ਸਕੀਮਾਂ ਦਾ ਕੀ ਫਾਇਦਾ ਲੈਣਗੇ? ਲੋਕ ਤਾਂ ਫਿਰ ਚੁੱਲ੍ਹਾ ਫੂਕ ਰਹੇ ਨੇ। ਲੋਕ ਜਿਹੜੇ ਆਟੋ ਦਾ ਸਫ਼ਰ, ਜਨਤਕ ਟਰਾਂਸਪੋਰਟ ਹੈ ਨਹੀਂ ਆ, ਲੋਕ ਆਟੋ ਰਿਕਸ਼ਿਆਂ ਦੇ ਵਿੱਚ ਸਫ਼ਰ ਕਰਦੇ ਸੀਗੇ, ਬੱਸਾਂ 'ਚ ਸਫ਼ਰ ਕਰਦੇ ਸੀਗੇ। ਲੋੜੇ ਦਾ ਮਹਿੰਗਾ ਹੋ ਗਿਆ ਆ। ਜਿਹੜਾ 5-5 ਰੁਪਏ ਦਾ ਆਟੋ ਸੀਗਾ ਉਹ 20-20 ਰੁਪਏ ਵਸੂਲਣ ਲੱਗ ਪਏ ਨੇ ਲੋਕਾਂ ਕੋਲ। ਬੱਸਾਂ ਦਾ ਸਫ਼ਰ ਜਿਹੜਾ 10-10 ਰੁਪਏ 'ਚ ਹੁੰਦਾ ਸੀ ਉਹ 20-20 ਰੁਪਏ 'ਚ ਹੋਣ ਲੱਗ ਪਿਆ। ਮਹਿੰਗਾਈ ਜਦੋਂ ਇਹ ਸਾਰੀਆਂ ਚੀਜ਼ਾਂ ਮਹਿੰਗੀਆਂ ਹੋਣੀਆਂ ਤੇ ਬਿਲਕੁਲ ਇਹ ਉਹਦਾ ਪੂਰੀ ਆਰਥਿਕਤਾ 'ਤੇ ਅਸਰ ਪੈਂਦਾ ਹੈ। ਆਮ ਬੰਦੇ ਦੀ ਜੇਬ 'ਤੇ ਬਹੁਤ ਵੱਡਾ ਬੋਝ ਪੈਂਦਾ। ਗਰੀਬ ਜ਼ਿਆਦਾ ਗਰੀਬ ਹੁੰਦਾ, ਅਮੀਰ ਜ਼ਿਆਦਾ ਅਮੀਰ ਹੁੰਦਾ। ਉਹਦੇ ਪ੍ਰਪੋਰਸ਼ਨੇਟ, ਉਹਦੇ ਬਰਾਬਰ ਆਮ ਬੰਦੇ ਦੀ ਜਿਹੜੀ ਆਮਦਨ ਨਹੀਂ ਵੱਧ ਰਹੀ। ਤਨਖਾਹਾਂ ਤਾਂ ਪਿਛਲੇ 2-3 ਸਾਲ ਤੋਂ ਵਧੀਆਂ ਹੀ ਨਹੀਂ ਆ, ਤੇ ਜਿਹਦੇ ਕੋਲ ਜਿਹੜੀ ਜੋ ਹੈਗਾ ਆ ਉਹ ਉੱਥੇ ਖੜਾ, ਉਹਨੂੰ ਜਦਕਿ ਦੂਜੇ ਪਾਸੇ ਜਿਹੜਾ ਆ ਖਰਚੇ ਜਿਹੜੇ ਵੱਧ ਗਏ ਨੇ। ਸੋ ਸਰਕਾਰ ਨੂੰ ਕਟੌਤੀ ਜ਼ਰੂਰ ਹੋ ਗਈ। ਸੋ ਸਰਕਾਰ ਨੂੰ ਨਿਰਮਲਾ ਸੀਤਾਰਮਨ ਹੋਰਾਂ ਨੇ ਇਹ ਲੋਕ ਸਭਾ ਦੇ ਵਿੱਚ ਕਿਹਾ ਕਿ ਸਰਕਾਰ ਜਿਹੜੀ ਆ ਉਹ GST ਕੌਂਸਲ ਦੀ ਜਿਹੜੀ ਅਗਲੀ ਮੀਟਿੰਗ ਆ ਉਹਦੇ ਵਿੱਚ ਇਸ ਗੱਲ ਤੇ ਵਿਚਾਰ ਕਰ ਸਕਦੀ ਆ ਕਿ GST ਦੇ ਤਹਿਤ ਪੈਟਰੋਲ ਡੀਜ਼ਲ ਨੂੰ ਲਿਆਂਦਾ ਜਾਵੇ। ਹੁਣ ਇਹ ਵੀ ਇੱਕ ਬਹੁਤ ਵੱਡਾ ਝਮੇਲਾ ਆ। GST ਕੁਝ ਸਮਾਂ ਪਹਿਲਾਂ ਤੱਕ ਕਈ ਸੂਬੇ ਡਿਮਾਂਡ ਕਰ ਰਹੇ ਸੀਗੇ ਕਿ ਪੈਟਰੋਲ ਡੀਜ਼ਲ ਨੂੰ ਵੀ GST ਦੇ ਤਹਿਤ ਲਿਆਂਦਾ ਜਾਵੇ, ਤਾਂ ਕਿ ਇਹਦਾ ਜਿਹੜਾ ਪ੍ਰੋਫਿਟ ਹੈ, ਜਿਹੜਾ ਕੇਂਦਰ ਸਰਕਾਰ ਇਕੱਲਾ ਖਾਈ ਜਾਂਦੀ ਆ, ਉਹ ਸੂਬਿਆਂ ਨੂੰ ਵੀ ਉਹਦਾ ਹਿੱਸਾ ਮਿਲੇ। ਨਿਰਮਲਾ ਸੀਤਾਰਮਨ ਨੇ ਸੰਸਦ ਦੇ ਵਿੱਚ ਕਿਹਾ ਵੀ ਜੇ ਕੇਂਦਰ ਸਰਕਾਰ GST ਤੋਂ ਕਮਾਉਂਦੀ ਆ ਤੇ ਸੂਬਾ ਸਰਕਾਰਾਂ ਜਿਹੜੀਆਂ ਉਹ ਵੈਟ ਲਾ ਕੇ ਕਮਾਉਂਦੀਆਂ ਨੇ। ਪਰ ਉਹਦਾ ਫਰਕ ਬਹੁਤ ਹੈ। ਇਹਦੀ ਉਦਾਹਰਣ ਇਹ ਦੇਖਣੀ ਪਊਗੀ ਵੀ ਪੰਜਾਬ ਸਰਕਾਰ ਨੂੰ ਸਾਲਾਨਾ ਵੈਟ ਪੈਟਰੋਲ ਡੀਜ਼ਲ ਤੇ ਜਿਹੜਾ ਵੈਟ ਲਾਇਆ ਜਾਂਦਾ ਸਿਰਫ ਉਸ ਤੋਂ 4000 ਕਰੋੜ ਰੁਪਏ ਮਿਲਦਾ ਆ, ਤੇ ਕੇਂਦਰ ਸਰਕਾਰ 3 ਲੱਖ ਕਰੋੜ ਰੁਪਏ ਤੋਂ ਵੱਧ ਕਮਾ ਰਹੀ ਹੈ। ਤੇ ਜੇ 26-27 ਸੂਬਿਆਂ ਦੇ ਚ ਇਹਨੂੰ ਵੰਡ ਵੀ ਲਿਆ ਜਾਵੇ ਤਾਂ ਵੀ ਉਸ ਪ੍ਰਪੋਰਸ਼ਨੇਟ ਦੇ ਵਿੱਚ ਕੇਂਦਰ ਸਰਕਾਰ ਬਹੁਤ ਵੱਡੇ ਪੱਧਰ ਤੇ ਕਮਾਈ ਕਰ ਰਹੀ ਹੈ। ਸੋ ਜੇ ਇਹ GST ਦੇ ਵਿੱਚ ਆ ਜਾਂਦਾ ਆ ਤੇ ਹੋ ਸਕਦਾ ਕਈ ਸੂਬਿਆਂ ਨੂੰ ਇਹਦਾ ਫਾਇਦਾ ਹੋਵੇ। ਪਰ GST ਦੇ ਵਿੱਚ ਵੀ ਇੱਕ ਬਹੁਤ ਵੱਡਾ ਗੜਬੜ ਇਹ ਆ ਕਿ GST ਦਾ ਜਿਹੜਾ ਬਕਾਇਆ ਆ ਸੂਬਿਆਂ ਨੂੰ, ਉਹ 3-3 4-4 ਮਹੀਨਿਆਂ ਨੂੰ ਤੋਂ ਸੂਬਿਆਂ ਨੂੰ ਉਹ ਟੈਕਸਾਂ ਦਾ ਬਕਾਇਆ ਨਹੀਂ ਮਿਲਦਾ। ਸੂਬੇ ਆਪਣੇ ਪੱਧਰ ਤੇ ਤੰਗ ਰਹਿੰਦੇ ਨੇ। ਸੋ GST ਨੂੰ ਲੈ ਕੇ ਵੀ ਬਹੁਤ ਜ਼ਬਰਦਸਤ ਰੌਲਾ ਹੈਗਾ ਆ। ਚਾਹੀਦਾ ਇਹ ਹੈ ਵੀ ਕੇਂਦਰ ਸਰਕਾਰ ਇਮਾਨਦਾਰੀ ਦਾ ਸਬੂਤ ਦੇ ਕੇ, ਜਿੱਦਾਂ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਨੇ ਐਲਾਨੀਆ ਰੂਪ ਦੇ ਵਿੱਚ 20-30 40-40 ਰੁਪਏ ਜਿਹੜਾ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘਟਾਈਆਂ। ਕੇਂਦਰ ਸਰਕਾਰ ਬਹੁਤਾ ਨਹੀਂ ਤਾਂ ਥੋੜਾ ਤਾਂ ਲੋਕਾਂ ਤੇ ਬੋਝ ਘੱਟ ਕਰ ਦੇਵੇ। ਗਵਾਂਢੀਆਂ ਤੋਂ ਸਿੱਖਣ ਦੀ ਲੋੜ ਹੈ ਵੀ ਥੋੜਾ ਤਾਂ ਲੋਕਾਂ ਤੇ ਬੋਝ ਘੱਟ ਦੇਵੇ। ਪਰ ਇਹ ਸਰਕਾਰ ਸ਼ਾਇਦ ਲੋਕਾਂ ਦਾ ਭਲਾ ਕਰਨਾ ਨਹੀਂ ਸੋਚਦੇ। ਤੇ ਜਦੋਂ ਕਰੂਡ ਆਇਲ ਦੀਆਂ ਜਿਹੜੀਆਂ ਕੀਮਤਾਂ ਨੇ 20 ਰੁਪਏ ਤੱਕ ਵੀ ਚਲੀਆਂ ਗਈਆਂ ਸੀ, 40 ਰੁਪਏ ਤੱਕ ਵੀ ਚਲੀਆਂ ਗਈਆਂ ਸੀ, ਉਦੋਂ ਵੀ ਇਸ ਸਰਕਾਰ ਨੇ ਜਿਹੜਾ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘਟਾਉਣ ਦੀ ਬਜਾਏ ਉੱਤੇ ਵਾਧੂ GST ਲਾ ਦਿੱਤਾ ਸੀ। ਸੋ ਇਹ
ਇਹ ਸੂਰਤ-ਏ-ਹਾਲ ਹੈਗੀ ਆ। ਜਿਹਨੂੰ ਲੈ ਕੇ ਹਾਲਾਂਕਿ ਕਾਂਗਰਸ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਇਹਨੂੰ ਲੈ ਕੇ ਵੱਡੇ ਪੱਧਰ ਤੇ ਵਿਰੋਧ ਕੀਤਾ ਆ, ਕਈ ਹੋਰ ਲੋਕਾਂ ਨੇ ਵੀ ਵਿਰੋਧ ਕੀਤਾ, ਪਰ ਸਰਕਾਰ ਦੀ ਸਿਹਤ ਤੇ ਕੋਈ ਅਸਰ ਨਹੀਂ, ਕਿਉਂਕਿ ਉਹਨਾਂ ਨੇ ਮੀਡੀਆ ਮੈਨੇਜ ਕੀਤਾ ਹੋਇਆ। ਜਦ ਮੀਡੀਆ 'ਚ ਕੋਈ ਖਬਰ ਹੀ ਨਹੀਂ ਆਉਣੀ ਵਿਰੋਧ ਦੀ, ਤਾਂ ਉਹ ਕੀ ਫਰਕ ਪੈਂਦਾ, ਜਿਹੜਾ ਮਰਜ਼ੀ ਜੋ ਮਰਜ਼ੀ ਰੌਲਾ ਪਾਈ ਜਾਵੇ। ਸਰਕਾਰ ਦੇ ਪੱਖ ਦੀ ਖਬਰਾਂ ਗੋਦੀ ਮੀਡੀਆ ਦਿਖਾ ਰਿਹਾ। ਅਰੁਣਦੀਪ, ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਹਾਂ, ਪ੍ਰਸ਼ਾਂਤ ਕਿਸ਼ੋਰ ਬਹੁਤ ਜ਼ਿਆਦਾ ਐਕਟਿਵ ਨਜ਼ਰ ਆ ਰਹੇ ਆ। ਐਕਟਿਵ ਹੋਣਾ ਬਣਦਾ ਵੀ ਹੈ, ਕਿਉਂਕਿ ਅਕਾਲੀ ਦਲ ਵੀ ਐਕਟਿਵ ਹੈ, ਆਮ ਆਦਮੀ ਪਾਰਟੀ ਵੀ ਐਕਟਿਵ ਹੋ ਗਈ। ਅਰਵਿੰਦ ਕੇਜਰੀਵਾਲ ਹੁਣੇ ਪੰਜਾਬ ਤੋਂ ਦਿੱਲੀ ਮੁੜੇ ਨੇ। ਸੋ ਪ੍ਰਸ਼ਾਂਤ ਕਿਸ਼ੋਰ ਨੇ ਹੁਣ MLAs ਦੇ ਨਾਲ ਮੀਟਿੰਗ ਕੀਤੀ ਹੈ, ਕਿਵੇਂ ਦੇਖਦੇ ਹੋ ਉਸ ਮੀਟਿੰਗ ਨੂੰ? ਪ੍ਰਸ਼ਾਂਤ ਕਿਸ਼ੋਰ ਜਿਹੜੇ ਆ ਇਵੈਂਟ ਮੈਨੇਜਰ ਨੇ, ਇਸ ਵੇਲੇ ਮੁੱਖ ਮੰਤਰੀ ਦੇ ਪ੍ਰਮੁੱਖ ਸਲਾਹਕਾਰਾਂ 'ਚ ਸ਼ੁਮਾਰ ਹੋ ਚੁੱਕੇ ਨੇ। ਉਹ ਬੇਸਿਕਲੀ ਇੱਦਾਂ ਜਿੱਦਾਂ ਕੋਈ ਵਿਆਹ ਆ, ਜੇ ਅਸੀਂ ਇਹਨੂੰ ਸਧਾਰਨ ਸ਼ਬਦਾਂ 'ਚ ਸਮਝਣਾ ਹੋਵੇ, ਵਿਆਹ ਦਾ ਇੱਕ ਠੇਕਾ ਦੇ ਦਿੱਤਾ ਜਾਂਦਾ ਵੀ ਪੈਲਸਾਂ ਵਾਲੇ ਅੱਜ ਕੱਲ੍ਹ ਠੇਕਾ ਕਰਦੇ ਆ ਵੀ ਤੁਸੀਂ ਸਿਰਫ ਕੁੜੀ ਮੁੰਡਾ ਲੈ ਕੇ ਆਓ, ਬਾਕੀ ਸਾਰਾ ਕੰਮ ਸਾਡਾ। ਉਹ ਫੋਟੋਗ੍ਰਾਫਰ ਵੀ ਅਰੇਂਜ ਕਰ ਦਿੰਦੇ ਆ, ਉਹ ਬਾਜੇ ਵਾਲੇ ਨੂੰ ਵੀ ਬੁਲਾ ਦਿੰਦੇ ਆ, ਉਹ ਲੋਕ ਬਾਕੀ ਚੀਜ਼ਾਂ ਵੀ, ਰੋਟੀ ਪਾਣੀ ਦਾ ਵੀ ਪ੍ਰਬੰਧ ਕਰ ਦਿੰਦੇ ਆ, ਫੁੱਲਾਂ ਫਲਾਂ ਦਾ ਵੀ ਪ੍ਰਬੰਧ ਕਰ ਦਿੰਦੇ, ਸਾਰਾ ਕੁਛ। ਉਹ ਕਹਿੰਦੇ ਸਿਰਫ ਕੁੜੀ ਮੁੰਡਾ ਲੈ ਕੇ ਆਓ। ਬਸ ਇੱਕ ਪਹਿਲਾਂ ਉਹ ਘਰਦਿਆਂ ਨੂੰ ਪੁੱਛਦੇ ਆ ਵੀ ਕੁੜੀ ਮੁੰਡੇ ਦਾ ਤੁਸੀਂ ਪ੍ਰੀ ਸ਼ੂਟ ਕਰਾਉਣਾ ਕਿ ਨਹੀਂ ਕਰਾਉਣਾ, ਫੁੱਲ ਕਿੱਦਾਂ ਦੇ ਲਾਉਣੇ ਆ, ਕਿੰਨਾ ਕੁ ਤੁਹਾਡਾ ਬਜਟ ਆ, ਇੱਦਾਂ ਦੀਆਂ ਗੱਲਾਂ ਸਾਰੀਆਂ ਹੁੰਦੀਆਂ ਹੈ ਨਾ ਇੱਕ ਵਿਆਹ ਵੇਲੇ। ਸੋ ਚੋਣਾਂ ਜਿਹੜੀਆਂ ਨੇ ਇਹ ਸਿਆਸੀ ਪਾਰਟੀਆਂ ਲਈ ਵਿਆਹ ਹੁੰਦਾ ਹੈ ਨਾ, ਕਿਉਂਕਿ ਇਹਨਾਂ ਨੇ ਇੱਕ ਵਾਰੀ ਇਹਦੇ ਤੇ ਜ਼ੋਰ ਲਾਉਣਾ ਹੁੰਦਾ, ਮੁੜ ਕੇ 5 ਸਾਲ ਲੋਕਾਂ ਨੂੰ ਲੁੱਟਣਾ ਹੁੰਦਾ। ਹੁਣ ਉਹਦੇ ਤੇ ਇੰਨੀ ਮਿਹਨਤ ਕਿਹੜਾ ਕਰੇ? ਉਹ ਵੀ ਇੱਕ ਸਿਆਸਤ ਦੇ ਵਿੱਚ ਨਵਾਂ ਟ੍ਰੈਂਡ ਆ ਗਿਆ ਵੀ ਠੇਕਾ ਦੇ ਦਿਓ ਕਿਸੇ ਵੱਡੇ ਠੇਕੇਦਾਰ ਨੂੰ, ਜਿਹੜਾ ਤੁਹਾਡੇ ਲਈ ਸਾਰਾ ਕੰਮ ਕਰੇ। ਸੋ ਪ੍ਰਸ਼ਾਂਤ ਕਿਸ਼ੋਰ ਵੱਡੀ ਇੱਕ ਸਿਆਸੀ ਪਾਰਟੀ ਦੇ ਠੇਕੇਦਾਰ ਨੇ, ਜਿਹਦੇ ਵਿੱਚ ਉਹ ਕਹਿੰਦੇ ਵੀ ਸਿਰਫ ਤੁਸੀਂ ਆਪਣੇ ਕੈਂਡੀਡੇਟ ਖੜੇ ਕਰਨੇ ਆ ਤੇ ਬਾਕੀ ਚੀਜ਼ਾਂ ਸਾਰਾ ਪ੍ਰਬੰਧ ਸਾਡਾ, ਇਸ਼ਤਿਹਾਰਬਾਜ਼ੀ ਅਸੀਂ ਤੁਹਾਡੀ ਕਰਾਂਗੇ, ਸਲੋਗ ਨਾਅਰੇ ਜਿਹੜੇ ਦੇਣੇ ਆ ਉਹ ਅਸੀਂ ਦੇਵਾਂਗੇ। ਇਸ ਵੇਲੇ ਪਿਛਲੀ ਵਾਰ ਵੀ ਉਹਨਾਂ ਨੇ ਜਾਇਜ਼ਾ ਲਿਆ ਸੀ ਪਹਿਲਾਂ, ਕਿੱਥੋਂ ਕੌਣ ਜਿੱਤ ਸਕਦਾ, ਕਿੱਥੋਂ ਕੌਣ ਹਾਰ ਸਕਦਾ ਆ, MLAs ਦੀ ਇਮੇਜ ਕਿੱਦਾਂ ਦੀ ਆ। ਉਹ ਸੀਕਰਟ ਸਰਵੇ ਵੀ ਕਰਾਉਂਦੇ ਆ, ਫਿਰ MLAs ਨੂੰ ਪੁੱਛਦੇ ਆ ਵੀ ਸਰਕਾਰ ਦੇ ਪ੍ਰਤੀ ਤੁਹਾਡੇ ਗਿਲੇ ਸ਼ਿਕਵੇ ਰੋਸੇ, ਮੀਟਿੰਗ ਕਰਦੇ। ਉਹ ਸਾਰੇ ਇਨਪੁਟ ਇਕੱਠੇ ਕਰਕੇ ਫਿਰ ਉਹ ਜਿਹੜਾ ਮੁੱਖ ਜਿੱਦਾਂ ਘਰ ਦਾ ਮੁਖੀ ਹੁੰਦਾ ਉਹਨਾਂ ਗੱਲਬਾਤ ਕਰਦੇ ਆ ਵੀ ਤੁਹਾਡਾ ਵਿਆਹ ਜਿਹੜਾ ਆ 100 ਕਰੋੜ 'ਚ ਹੋ ਜਾਣਾ, 200 ਕਰੋੜ 'ਚ ਹੋ ਜਾਣਾ, 500 ਕਰੋੜ 'ਚ ਹੋ ਜਾਣਾ। ਸੋ ਉਹ ਠੇਕਾ ਕਿੰਨੇ 'ਚ ਨਿਪਟੂਗਾ, ਇਹ ਗੱਲ ਤੈਅ ਹੋਊਗੀ। ਜਿਹਦੇ 'ਚ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਚੁੱਕਾ ਆ, ਉੱਕਾ ਪੁੱਕਾ ਠੇਕਾ ਮਿਲ ਜਾਣਾ। ਪਹਿਲਾਂ ਮਤਲਬ ਜਿੱਦਾਂ ਸੁਖਬੀਰ ਬਾਦਲ ਹੋਰੀ ਜਾਂ ਆਮ ਆਦਮੀ ਪਾਰਟੀ ਹਾਲੇ ਉਹ ਇਹਨਾਂ ਨੇ ਕੋਈ ਵੱਡਾ ਠੇਕੇਦਾਰ ਨਹੀਂ ਕੀਤਾ, ਇਹ ਛੋਟੇ ਠੇਕੇਦਾਰ ਇਹ ਆਪ ਹੀ ਲਾ ਲੈਂਦੇ। ਜਿੱਦਾਂ ਮੰਡੀ 'ਚ ਪੁਰਾਣੇ ਵੇਲੇ ਵਿਆਹਾਂ ਦੇ ਵਿੱਚੋਂ ਕੈਪਟਨ ਸਾਹਿਬ, ਰਾਜਾ ਸਾਹਿਬ ਨੇ ਉਹ ਅਫੋਰਡ ਕਰ ਸਕਦੇ ਨੇ। ਨਹੀਂ, ਇਹ ਵੀ ਕਰ ਸਕਦੇ ਨੇ, ਇਹ ਉਹਨਾਂ ਤੋਂ ਵੱਡੇ ਰਜਵਾੜੇ ਨੇ, ਪਰ ਇਹ ਹਾਲੇ ਵੀ ਉਹ ਰਵਾਇਤੀ ਸਿਸਟਮ 'ਚੋਂ ਬਾਹਰ ਨਹੀਂ ਆਏ। ਇਹ ਹਾਲੇ ਵੀ ਸਵੇਰੇ ਉੱਠ ਕੇ ਮੰਡੀ ਜਾਂਦੇ ਆ, ਸਬਜ਼ੀ ਲੈ ਕੇ ਆਉਂਦੇ ਆ, ਫੋਟੋਗ੍ਰਾਫਰ ਨੂੰ ਵੀ ਆਪ ਮਿਲਣ ਜਾ ਰਹੇ ਆ। ਸੋ ਇਹਨਾਂ ਦਾ ਇੱਕ ਉਹ ਰਵਾਇਤੀ ਸਿਸਟਮ ਦੇ ਵਿੱਚ ਹੈਗਾ। ਬਦਲਾਅ ਕੀ ਆਊਗਾ ਇਹ ਦੇਖਣ ਵਾਲੀ ਗੱਲ ਹੈ ਸਾਰੇ ਕਾਸੇ ਨਾਲ। ਦੇਖਿਆ ਜਾਵੇਗਾ। ਵੈਸੇ ਅਰੁਣਦੀਪ, ਇਹ ਵੀ ਖਬਰਾਂ ਆ ਰਹੀਆਂ ਨੇ ਕਿ ਇਹ ਜੋ ਮੀਟਿੰਗ ਕੀਤੀ ਗਈ ਹੈ ਟਿਕਟ ਦੀ ਵੰਡ ਦੇ ਤਾਂ ਅਸਰ ਹੋ ਸਕਦਾ ਆਉਣ ਵਾਲੇ ਚੋਣਾਂ। ਦੇਖੋ, ਫੀਡਬੈਕ, ਮੈਂ ਜਿਹੜੀ ਪਹਿਲਾਂ ਗੱਲ ਕੀਤੀ ਵੀ ਇਹ ਫੀਡਬੈਕ ਆ, ਉਹ ਫੀਡਬੈਕ ਲੈਣੀ ਸ਼ੁਰੂ ਕੀਤੀ ਆ। ਉਮੀਦਵਾਰਾਂ ਦੀ ਵਿਨੇਬਿਲਿਟੀ ਦੇਖਦੇ ਨੇ, ਸਰਕਾਰ ਦੇ ਪ੍ਰਤੀ ਉਹਨਾਂ ਦੇ ਨਾਰਾਜ਼ਗੀ ਦੇਖਦੇ ਨੇ, ਉਹ ਸਾਰਾ ਮੁਲਾਂਕਣ ਸ਼ੁਰੂ ਕੀਤਾ ਉਹਨਾਂ ਨੇ ਜ਼ਮੀਨੀ ਪੱਧਰ ਤੋਂ। ਇੱਕ ਦੋ ਕਰਕੇ ਉਹਨਾਂ ਨੇ MLAs ਨੂੰ ਮਿਲਣਾ ਸ਼ੁਰੂ ਕੀਤਾ। ਫਿਰ ਉਸ ਤੋਂ ਬਾਅਦ ਉਹ ਅਗਲੇ ਫਾਈਨਲ ਕਿਸੇ ਨਤੀਜੇ ਤੇ ਪਹੁੰਚਣਗੇ ਵੀ ਅਸੀਂ ਕੀ ਕਰਨਾ। ਬਹੁਤ ਬਹੁਤ ਸ਼ੁਕਰੀਆ ਅਰੁਣਦੀਪ ਸਾਡੇ ਨਾਲ ਜੁੜਨ ਲਈ। ਸੋ ਅਰੁਣਦੀਪ ਨੇ ਸਾਂਝੀਆਂ ਕੀਤੇ ਆਪਣੇ ਵਿਚਾਰ ਕਿ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਜੋ ਪ੍ਰਸ਼ਾਂਤ ਕਿਸ਼ੋਰ ਮੀਟਿੰਗ ਕਰ ਰਹੇ ਨੇ MLAs ਦੇ ਨਾਲ, ਉਸ ਨੂੰ ਕਿਵੇਂ ਦੇਖਦੇ ਨੇ। ਦੇਖਣ ਵਾਲੀ ਗੱਲ ਹੋਵੇਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਜੋ ਕਿ ਇਲੈਕਸ਼ਨ ਬਹੁਤ ਨੇੜੇ ਨੇ, ਪੰਜਾਬ ਦੀ ਸਿਆਸਤ ਕੀ ਕੁਝ ਨਵੇਂ ਰੰਗ ਦਿਖਾਉਂਦੀ ਹੈ। ਫਿਲਹਾਲ ਸਾਡੇ ਨਾਲ ਜੁੜੇ ਰਹੋ ਅਪਡੇਟਸ ਦੇ ਲਈ, ਤੇ ਗੱਲ ਅਸੀਂ ਕਰਦੇ ਰਹਾਂਗੇ ਕਿਉਂਕਿ ਗੱਲ ਕਰਨੀ ਬਣਦੀ ਹੈ।